ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸ਼ੋਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਹਜ਼ੂਰ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਅੱਜ ਜੋ ਇਸ ਅਸਥਾਨ ਵੱਲੋਂ ਹੋਲੇ ਮਹੱਲੇ ਦਾ ਪਰਬ ਮਨਾਇਆ ਜਾ ਰਿਹਾ ਹੈ, ਇਸ ਦੇ ਪਿਛੋਕੜ ਇਤਿਹਾਸ ਔਰ ਇਸ ਤਿਉਹਾਰ ਨੇ ਸਿੱਖਾਂ ਦੇ ਅੰਦਰ ਕੀ ਨਵਾਂ ਜੋਸ਼ ਭਰ ਦਿੱਤਾ, ਇਸ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਔਰ ਆਪ ਸਾਧ ਸੰਗਤ ਦੀ ਅਸੀਸ ਨਾਲ ਹੋਣੀ ਹੈ। ਸਤਿਗੁਰੂ ਕਿਰਪਾ ਕਰਕੇ ਅੰਦਰ ਦਾ ਟਿਕਾਓ ਬਖਸ਼ ਆਪ ਹੀ ਇਸ ਇਤਿਹਾਸ ਔਰ ਬਾਣੀ ਦੀ ਵਿਚਾਰ ਕਰਾ ਲੈਣ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੀ ਧਰਤੀ ਉੱਪਰ ਕੁਝ ਤਿਉਹਾਰ ਐਸੇ ਮਨਾਏ ਜਾਂਦੇ ਨੇ ਜਿਹੜੇ ਖਾਸ ਰੁੱਤਾਂ ਦੇ ਨਾਲ ਸੰਬੰਧਿਤ ਨੇ। ਜਿਵੇਂ ਕਿ ਇਹਨਾਂ ਦਿਨਾਂ ਦੇ ਅੰਦਰ ਬਸੰਤ ਨੂੰ ਵੀ ਬੜੇ ਲੋਕ ਚਾਅ ਮਲਾਰ ਦੇ ਨਾਲ ਮਨਾਉਂਦੇ ਨੇ, ਤੇ ਬਸੰਤ ਆਉਣ ਦੇ ਨਾਲ ਜਿੱਥੇ ਪਾਲਾ ਸਰਦੀ ਘਟਦੀ ਹੈ, ਨਾ ਜ਼ਿਆਦਾ ਗਰਮੀ ਹੈ ਨਾ ਜ਼ਿਆਦਾ ਸਰਦੀ ਪੈਂਦੀ ਹੈ, ਤੇ ਹਰ ਪਾਸੇ ਚਾਰ ਚੁਫੇਰੇ ਫੁੱਲਾਂ ਦੀ ਮਹਿਕ ਫੁੱਲ ਖਿੜੇ ਨੇ, ਤੇ ਜ਼ਿਮੀਂਦਾਰਾਂ ਨੇ ਖੇਤਾਂ ਵਿੱਚ ਜਿੱਥੇ ਵੀ ਫਸਲ ਬੀਜੀ ਸਰੋਂ ਦੀ, ਇਸ ਤਰ੍ਹਾਂ ਮਾਨੋ ਜਿਵੇਂ ਕਿ ਪੀਲੀ ਚਾਦਰ ਨੇ ਸਾਰੀ ਧਰਤੀ ਨੂੰ ਢੱਕ ਲਿਆ ਹੋਵੇ। ਇਸ ਬਸੰਤ ਦੀ ਰੁੱਤ ਦੇ ਵਿੱਚ ਹੀ ਰੁੱਖਾਂ ਨੂੰ ਪੱਤ ਝੜ ਤੋਂ ਬਾਅਦ ਉਸ ਪਰਮੇਸ਼ਵਰ ਦੀ ਦਇਆ ਨਾਲ ਨਵੇਂ ਪੱਤਿਆਂ ਦੀ ਦਾਤ ਮਿਲਦੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਬੜਾ ਪਿਆਰਾ ਬਚਨ ਕਿਹਾ। ਕਹਿਣ ਲੱਗੇ, ਬਸੰਤ ਦੀ ਰੁੱਤ ਵਿੱਚ ਹਰ ਇੱਕ ਮਨੁੱਖ ਪ੍ਰਸੰਨ ਹੈ, ਜੀਵ ਜੰਤੂ ਖੁਸ਼ ਹੈ, ਧਰਤੀ ਦੀ ਬਨਾਸਪਤੀ ਮੌਲ ਗਈ। ਪਰ ਗੁਰਦੇਵ ਕਹਿੰਦੇ ਨੇ, ਯਾਦ ਰੱਖੀ ਅਸਲ ਵਿੱਚ ਮਨੁੱਖ ਲਈ ਉਹ ਹੀ ਰੁੱਤ ਚੰਗੀ ਹੈ। ਬਸੰਤ ਉਹਦੇ ਲਈ ਜਿਹਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਟਿਕਿਆ, ਜਿਸ ਦੇ ਹਿਰਦੇ ਵਿੱਚ ਗੁਰੂ ਕੀ ਬਖਸ਼ੀ ਹੋਈ ਬਾਣੀ ਦਾ ਨਿਵਾਸ ਹੋ ਗਿਆ, ਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ਵਰ ਗੁਰੂ ਨਿਰੰਕਾਰ ਦੀ ਕਿਰਪਾ ਨਹੀਂ ਟਿਕੀ, ਉਹ ਬਸੰਤ ਦੀ ਰੁੱਤ ਵਿੱਚ ਸਾਰੀ ਦੁਨੀਆ ਖੁਸ਼ ਹੈ। ਉਹ ਬਸੰਤ ਵਿੱਚ ਵੀ ਇਸੇ ਤਰ੍ਹਾਂ ਤੁਰਿਆ ਫਿਰਦਾ ਹੈ ਜਿਵੇਂ ਕਿਸੇ ਨੇ ਅੰਦਰ ਨੂੰ ਅੱਗ ਲਾ ਦਿੱਤੀ ਹੋਵੇ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ, ਨਾਨਕ ਤਿੰਨਾ ਬਸੰਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਕਹਿੰਦੇ ਨੇ, ਬਸੰਤ ਉਹਨਾਂ ਲਈ ਏ ਜਿਨ ਘਰ ਵਸਿਆ ਕੰਤ। ਕੰਤ ਦਾ ਅਰਥ ਹੈ ਮਾਲਕ, ਪਤੀ। ਜਿਨ੍ਹਾਂ ਦੇ ਹਿਰਦੇ ਵਿੱਚ ਘਰ ਵਿੱਚ ਮੇਰਾ ਵਾਹਿਗੁਰੂ ਪਰਮੇਸ਼ਵਰ ਸਤਿਗੁਰੂ ਵਸ ਗਿਆ, ਨਾਨਕ ਤਿੰਨਾ ਬਸੰਤ ਹੈ। ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਹੀਂ, ਸੇ ਐਨਸ ਫਿਰੈ ਜਲੰਤ। ਉਹ ਦਿਨ ਰਾਤ ਬਸੰਤ ਦੀ ਰੁੱਤ ਵਿੱਚ ਵੀ ਸੜਦੇ ਪਏ। ਇਸੇ ਤਰ੍ਹਾਂ ਰੁੱਤਾਂ ਨਾਲ ਸੰਬੰਧਿਤ ਆ ਹੋਲੀ ਦਾ ਇੱਕ ਤਿਉਹਾਰ ਹੈ। ਕਿਉਂਕਿ ਆਪਾਂ ਭਾਵੇਂ ਗੱਲ ਹੋਲੇ ਮਹੱਲੇ ਦੀ ਕਰਨੀ ਹੈ, ਪਰ ਸਾਨੂੰ ਪਿਛੋਕੜ ਵਿੱਚ ਵਾਚਣਾ ਪਏਗਾ ਹੋਲੀ ਦਾ ਕੀ ਭਾਵ ਸੀ, ਹੋਲਾ ਮਹੱਲਾ ਕਿਉਂ ਆਰੰਭ ਹੋਇਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ ਤੇ ਹਿੰਦੁਸਤਾਨ ਦੇ ਇਤਿਹਾਸ ਵੱਲ ਝਾਤੀ ਮਾਰਨੇ ਆ,
ਮੁੱਦਤਾਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਹਰਨਾਕਸ਼ ਦੇ ਘਰ ਦੇ ਅੰਦਰ ਪ੍ਰਹਿਲਾਦ ਪੈਦਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਨੇ ਇਸ ਬਾਰੇ ਬੜੇ ਵਿਸਤਾਰ ਨਾਲ ਵੇਰਵਾ ਦਿੱਤਾ ਹੈ। ਤੇ ਭਾਈ ਗੁਰਦਾਸ ਤਾਂ ਇਹ ਬਚਨ ਕਰਦੇ ਨੇ, ਹੇ ਪ੍ਰਭੂ, ਅਸੀਂ ਸੁਣਿਆ ਕਿ ਕਲਰੀ ਭੋਏ ਵਿੱਚ, ਕਲਰੀ ਜ਼ਮੀਨ ਵਿੱਚ ਕਦੀ ਫਸਲ ਨਹੀਂ ਪੈਦਾ ਹੁੰਦੀ। ਹਰਨਾਕਸ਼ ਵਰਗਾ ਕਲਰ ਵਾਲਾ ਮਨ ਜਿਹੜਾ ਕਲਰ ਵਰਗਾ ਘਰ ਹੈ, ਉਸ ਦੇ ਘਰ ਦੇ ਅੰਦਰ ਤੁਸੀਂ ਪ੍ਰਹਿਲਾਦ ਵਰਗਾ ਕਮਲ ਦਾ ਫੁੱਲ ਪੈਦਾ ਕਰ ਦਿੱਤਾ। ਸਤਿਗੁਰੂ ਨੇ ਬਚਨ ਕੀਤੇ ਬਾਣੀ ਵਿੱਚ, ਕਹਿੰਦੇ ਨੇ ਹਰਨਾਕਸ਼ ਨੇ ਕੁਝ ਜਪ ਤਪ ਕੀਤਾ, ਕੁਝ ਕਮਾਈ ਕੀਤੀ। ਹੋਲੀ ਕਿੱਥੋਂ ਆਰੰਭ ਹੋਈ? ਕਮਾਈ ਕਰਨ ਤੋਂ ਬਾਅਦ ਇਹਨੇ ਇੱਕ ਦਾਵਾ ਕੀਤਾ ਸੀ, ਮੈਨੂੰ ਹੁਣ ਕਦੀ ਮੌਤ ਨਹੀਂ। ਤਰੀਕੇ ਵੀ ਇਹਨੇ ਬੜੇ ਸੋਚੇ, ਇੰਨੀ ਚਤੁਰਾਈ ਤੋਂ ਕੰਮ ਲਿਆ ਕਿ ਇਹਨੇ ਕਿਹਾ ਮੈਂ ਕਦੀ ਮਰਨਾ ਹੀ ਨਹੀਂ। ਤੇ ਕਹਿੰਦੇ ਨੇ ਇੱਕ ਪਾਸੇ ਐਲਾਨ ਕਰ ਦਿੱਤਾ, ਅੱਜ ਤੋਂ ਬਾਅਦ ਪ੍ਰਜਾ ਵਿੱਚ ਕੇਵਲ ਮੇਰੇ ਨਾਮ ਦੀ ਚਰਚਾ ਹੋਵੇ, ਮੇਰੇ ਨਾਮ ਦੀ ਪੂਜਾ ਕੀਤੀ ਜਾਏ ਤੇ ਪਰਮੇਸ਼ਵਰ ਦੀ ਕਰਨੀ। ਇਹਦੇ ਘਰ ਦੇ ਵਿੱਚ ਹੀ ਜਿਹੜਾ ਪੁੱਤਰ ਪੈਦਾ ਹੋਇਆ ਹੈ, ਉਹਨੇ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ, ਹਰਨਾਕਸ਼ ਦੀ ਪੂਜਾ ਨਹੀਂ। ਜੇ ਪੂਜਾ ਕਰਨੀ, ਜੇ ਉਸ ਪ੍ਰਭੂ ਦੀ, ਉਸ ਰਾਮ ਦੀ ਕਰੋ, ਉਸ ਨਿਰੰਕਾਰ ਦੀ ਕਰੋ, ਜਿਹੜਾ ਘਟ ਘਟ ਵਿੱਚ ਸਮਾਇਆ ਹੈ ਤੇ ਜਿਹੜਾ ਹਰਨਾਕਸ਼ ਵਰਗੇ ਬੇਅੰਤ ਪੈਦਾ ਕਰਕੇ ਇਹਨਾਂ ਨੂੰ ਖਪਾ ਸਕਦਾ ਹੈ। ਜਦੋਂ ਪ੍ਰਹਿਲਾਦ ਨੇ ਹਰਨਾਕਸ਼ ਦੇ ਪੁੱਤਰ ਦੇ ਇਹ ਮਨੋਂ ਆਵਾਜ਼ ਨਿਕਲੀ ਕਿ ਰਾਮ ਨਾਮ ਜਪਵੇ ਕਰੋ, ਹਿਰਦਾ ਹਰ ਜੀ ਕੋ ਸਿਮਰਨ ਧਰੋ, ਕਿ ਪ੍ਰਭੂ ਦੇ ਨਾਮ ਨੂੰ ਜਪੋ। ਤੇ ਹਰਨਾਕਸ਼ ਨੂੰ ਇੱਕ ਫਿਕਰ ਪੈ ਗਿਆ, ਜਿਹੜੀ ਮੇਰੇ ਵਿਰੁੱਧ ਬਗਾਵਤ ਬਾਹਰੋਂ ਖੜੀ ਹੋਣੀ ਸੀ, ਉਹ ਤਾਂ ਮੇਰੇ ਘਰ ਵਿੱਚੋਂ ਪੈਦਾ ਹੋ ਗਈ। ਇਹਨੇ ਕੋਸ਼ਿਸ਼ ਕੀਤੀ, ਇਹ ਤੇ ਬੱਚਾ ਹੈ, ਇਸ ਬੱਚੇ ਨੂੰ ਸਮਝ ਕੋਈ ਨਹੀਂ। ਅਲਪਾਗੇ ਕਿਤਨਾ ਚੰਗਾ ਹੋਵੇ, ਇਸ ਬੱਚੇ ਨੂੰ ਕਿਸੇ ਸਕੂਲ ਵਿੱਚ, ਕਿਸੇ ਪਾਠਸ਼ਾਲਾ ਵਿੱਚ, ਕਿਸੇ ਮਦਰਸੇ ਵਿੱਚ, ਕਿਸੇ ਟਕਸਾਲ ਵਿੱਚ ਮੈਂ ਇਹਨੂੰ ਪੜ੍ਹਨੇ ਪਾਵਾਂ। ਘੱਟੋ ਘੱਟ ਇਹਨੂੰ ਉਸਤਾਦ ਇਹ ਗੱਲ ਚੰਗੀ ਤਰ੍ਹਾਂ ਸਮਝਾ ਦੇਣ ਕਿ ਹਰਨਾਕਸ਼ ਤੋਂ ਬਿਨਾਂ ਦੁਨੀਆ ਵਿੱਚ ਹੋਰ ਕੋਈ ਨਹੀਂ। ਹੋ ਸਕਦਾ ਛੋਟੇ ਛੋਟੇ ਬੱਚਿਆਂ ਦੀ ਸੰਗਤ ਵਿੱਚ ਬਹਿ, ਜਿਹੜੇ ਮੇਰੇ ਨਾਮ ਦੀ ਦੁਹਾਈ ਦਿੰਦੇ ਨੇ, ਉਹਨਾਂ ਦੀ ਸੰਗਤ ਵਿੱਚ ਬਹਿ ਕੇ ਇਹ ਵੀ ਨਾਮ ਮੇਰਾ ਜਪੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇਵ ਨੇ ਬਚਨ ਕੀਤਾ, ਬਾਬਾ ਨਾਮਦੇਵ ਜੀ ਨੇ, ਭਗਤ ਜੀ ਕਹਿੰਦੇ ਨੇ, ਉਸ ਵਕਤ ਇਹਦੇ ਦੋ ਉਸਤਾਦ ਮੁਕਰਰ ਕੀਤੇ ਗਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਇੱਕ ਦਾ ਨਾਮ ਸੀ ਸੰਧਾ ਤੇ ਦੂਸਰੇ ਦਾ ਨਾਮ ਸੀ ਅਮਰਕ। ਦੋਨਾਂ ਉਸਤਾਦਾਂ ਨੂੰ ਇਹ ਗੱਲ ਹਰਨਾਕਸ਼ ਨੇ ਕਹਿ ਦਿੱਤੀ, ਇਸ ਬੱਚੇ ਨੂੰ ਸਕੂਲ ਵਿੱਚ ਲੈ ਜਾਓ, ਟਕਸਾਲ ਵਿੱਚ ਲੈ ਜਾਓ, ਤੇ ਇਹਦੇ ਦਿਮਾਗ ਵਿੱਚ ਜਿਹੜੀ ਇਹ ਗੱਲ ਬੈਠ ਗਈ ਹੈ, ਹਿਰਦੇ ਵਿੱਚ ਰਾਮ ਨਾਮ ਦੀ, ਅੰਦਰ ਨੂੰ ਵਾਸ ਕਰਕੇ ਇਹਦੇ ਅੰਦਰ ਕੇਵਲ ਇੰਨਾ ਕੁ ਟਿਕਾ ਦਿਓ ਕਿ ਹਰਨਾਕਸ਼ ਤੋਂ ਬਿਨਾਂ ਦੁਨੀਆ ਵਿੱਚ ਦੂਸਰਾ ਕੋਈ ਹੈ ਹੀ। ਤੁਸੀਂ ਵੀ ਮੇਰੀ ਗੱਲ ਕਰੋ, ਜਿਹੜੇ ਵਿਦਿਆਰਥੀ ਇਹਦੇ ਕੋਲ ਬੈਠਣ, ਉਹਨਾਂ ਅੰਦਰ ਵੀ ਮੇਰੇ ਨਾਮ ਦੀ ਚਰਚਾ ਹੋਵੇ। ਇਹਨਾਂ ਦੇ ਦੁਆਲੇ ਦਾ ਮਾਹੌਲ ਹੀ ਇਹੋ ਜਿਹਾ ਸਿਰਜ ਦਿਓ ਕਿ ਇਹਨੂੰ ਰਾਮ ਨਾਮ ਭੁੱਲ ਕੇ ਕੇਵਲ ਮੇਰਾ ਨਾਮ ਹੀ ਚੇਤੇ ਰਹਿ ਜਾਏ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰਨਾਕਸ਼ ਪ੍ਰਹਿਲਾਦ ਨੂੰ ਪਹਿਲੇ ਦਾਨ ਟਕਸਾਲ ਭੇਜਿਆ ਤੇ ਇਹਦੀ ਫੱਟੀ ਤੇ ਲਿਖਿਆ ਜਲੇ ਹਰਨਾਕਸ਼, ਥਲੇ ਹਰਨਾਕਸ਼। ਤੇ ਪ੍ਰਹਿਲਾਦ ਨੇ ਫੱਟੀ ਰੱਖ ਕੇ ਕਿਆ ਕਹਿਣ ਲੱਗਾ, ਐ ਉਸਤਾਦ, ਐ ਮੇਰੇ ਗੁਰੂ, ਮੇਰੀ ਫੱਟੀ ਤੇ ਹਰਨਾਕਸ਼ ਨਹੀਂ। ਜੇ ਤੂੰ ਮੈਨੂੰ ਕੁਝ ਪੜ੍ਹਾਉਣਾ ਚਾਹਨੇ ਤੇ ਮੇਰੀ ਫੱਟੀ ਤੇ ਰਾਮ ਨਾਮ ਲਿਖ ਦੇ, ਕਿਉਂਕਿ ਰਾਮ ਨਾਮ ਤੋਂ ਬਿਨਾਂ ਮੈਂ ਤੀਸਰੇ ਸ਼ਬਦ ਨੂੰ ਜਾਣਦਾ ਹੀ। ਉਸ ਵਕਤ ਲਿਖਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਇਹਨਾਂ ਉਸਤਾਦਾਂ ਨੇ ਇਹਨੂੰ ਕੁਝ ਖੇਲ ਦਾ ਸਮਾਨ ਦਿੱਤਾ, ਹੋਰ ਬੱਚਿਆਂ ਵਿੱਚ ਬਿਠਾ ਦਿੱਤਾ, ਸਾਰੇ ਹਰਨਾਕਸ਼ ਜਪਣ। ਤੇ ਪ੍ਰਹਿਲਾਦ ਨੇ ਉੱਠ ਕੇ ਤਾੜੀ ਮਾਰੀ, ਕਹਿਣ ਲੱਗਾ, ਉਹ ਬੱਚਿਓ, ਤੁਸੀਂ ਮੇਰੀ ਉਮਰ ਦੇ ਹੋ, ਇੰਨੇ ਭੋਲੇ ਨਾ ਬਣੋ। ਹਰਨਾਕਸ਼ ਜੰਮਦਾ ਹੈ, ਹਰਨਾਕਸ਼ ਨੇ ਮਰਨਾ ਵੀ ਹੈ। ਜਿਹਦੇ ਤੇ ਜਨਮ ਹੈ, ਬਚਪਨ ਹੈ, ਜਵਾਨੀ, ਬੁਢੇਪਾ ਤੇ ਮੌਤ ਹੈ, ਉਹ ਕਦੀ ਪ੍ਰਭੂ ਨਹੀਂ ਹੋ ਸਕਦਾ। ਜੇ ਤੁਸੀਂ ਜਪਣਾ ਚਾਹੁੰਦੇ ਹੋ ਤੇ ਉਹਦੇ ਨਾਮ ਨੂੰ ਜਪੋ, ਜਿਹਦੇ ਤੇ ਜਨਮ, ਮੌਤ, ਬੁਢੇਪੇ ਦਾ ਕਦੀ ਅਸਰ ਹੀ ਨਹੀਂ ਹੁੰਦਾ। ਬੱਚਿਆਂ ਦੇ ਵਿੱਚ ਇਹਨੇ ਰਾਮ ਨਾਮ ਸ਼ੁਰੂ ਕੀਤਾ ਤੇ ਉਲਟੀ ਖੇਡ ਵਾਪਰ ਗਈ। ਜਿਨ੍ਹਾਂ ਬੱਚਿਆਂ ਦੀ ਸੰਗਤ ਕਰਕੇ ਇਹਨੇ ਹਰਨਾਕਸ਼ ਨੂੰ ਜਪਣਾ ਸੀ, ਉਹ ਬੱਚੇ ਸਾਰੇ ਰਾਮ ਨਾਮ ਕੂਕਣ ਲੱਗ ਪਏ। ਤੇ ਹਰਨਾਕਸ਼ ਨੇ ਫਿਰ ਰਿਪੋਰਟ ਮੰਗੀ, ਇਹਦੇ ਤੋਂ ਪੁੱਛਿਆ ਸੰਡੇ ਤੇ ਅਮਰਕ ਤੋਂ ਕਿ ਪ੍ਰਹਿਲਾਦ ਨੇ ਕੁਝ ਪੜ੍ਹਿਆ।
ਉਹਨਾਂ ਨੀਵੀਂ ਪਾ ਕੇ ਕਿਆ ਕਹਿਣ ਲੱਗੇ, ਐ ਹਰਨਾਸ਼, ਸਾਡੀ ਤੋਬਈ, ਤੇਰੇ ਪੁੱਤਰ ਨੇ ਤਾਂ ਕੀ ਤੇਰੇ ਨਾਮ ਨੂੰ ਦ੍ਰਿੜ ਕਰਨਾ ਸੀ, ਇਹਨੇ ਤਾਂ ਆਪਣੇ ਨਾਲ ਦੇ ਚੇਲੇ ਵੀ ਸਾਥੀ ਰਾਮ ਨਾਮ ਵੀ ਜੋੜ ਦਿੱਤੇ ਨੇ। ਅਸਲੀਅਤ ਇਹੀ, ਸਾਡੇ ਕੋਲ ਕੋਈ ਤਰੀਕਾ ਨਹੀਂ ਇਹਦੇ ਅੰਦਰ ਨੂੰ ਤਬਦੀਲ ਕਰਕੇ ਅਸੀਂ ਤੇਰੇ ਨਾਲ ਜੋੜ ਸਕੀਏ। ਪਹਿਲੀ ਘਟਨਾ ਇਹ ਵਾਪਰੀ। ਫਿਰ ਹਰਨਾਕਸ਼ ਨੇ ਜਦੋਂ ਆਪਣੇ ਅੰਦਰ ਗੁੱਸਾ ਖਾਧਾ ਤੇ ਪ੍ਰਹਿਲਾਦ ਦੀ ਮਾਂ ਨੇ ਗੋਦੀ ਵਿੱਚ ਬਿਠਾਇਆ ਪ੍ਰਹਿਲਾਦ ਨੂੰ, ਕਹਿਣ ਲੱਗੀ, ਪੁੱਤਰ, ਤੇਰਾ ਬਾਪ ਸਮਰਾਟ ਏ, ਉਹਨੇ ਸਾਰੀ ਧਰਤੀ ਕਾਬੂ ਕੀਤੀ ਏ, ਬੱਚਿਆ ਤੂੰ ਉਹਦੇ ਨਾਮ ਨੂੰ ਕਿਉਂ ਨਹੀਂ ਜਪਦਾ? ਤੇ ਪ੍ਰਹਿਲਾਦ ਨੇ ਕਿਹਾ ਸੀ, ਅੰਮਾ ਤੂੰ ਮੈਨੂੰ ਜਨਮ ਦਿੱਤਾ ਹੈ, ਮੈਂ ਤੇਰਾ ਸ਼ੀਰ ਪੀਤਾ ਹੈ, ਪਰ ਧਿਆਨ ਰੱਖੀ ਮੇਰੇ ਅੰਦਰ ਨਾਮ ਤੋਂ ਬਿਨਾਂ ਹੋਰ ਕਿਸੇ ਲਈ ਥਾਂ ਨਹੀਂ। ਭਾਵੇਂ ਤੂੰ ਮੇਰੀ ਮਾਂ ਏ, ਹਰਨਾਕਸ਼ ਮੇਰਾ ਬਾਪ ਏ, ਪਰ ਜਿਹੜੀ ਸੱਚ ਦੀ ਚਿੰਗ ਮੇਰੇ ਵਿੱਚ ਪੈਦਾ ਹੋ ਚੁੱਕੀ ਏ, ਇਹਨੂੰ ਮਾਂ ਤੇ ਬਾਪ ਵੀ ਕਦੀ ਨਹੀਂ ਬੁਝਾ ਸਕਦੇ। ਜਦੋਂ ਮਾਂ ਬਾਪ ਦੀ ਗੱਲ ਨਾ ਮੰਨੀ, ਨਾਲ ਦੇ ਬੱਚਿਆਂ ਦੀ ਨਾ ਮੰਨੀ, ਉਸਤਾਦਾਂ ਦੀ ਨਾ ਮੰਨੀ, ਤੇ ਹਰਨਾਕਸ਼ ਨੇ ਫਿਰ ਇੱਕ ਤਰਤੀਬ ਸੋਚੀ, ਆਪਣੇ ਸਾਥੀਆਂ ਨੂੰ ਇਕੱਠਿਆ ਕੀਤਾ, ਕਹਿਣ ਲੱਗਾ, ਪਿਆਰਿਓ, ਇਹਨੇ ਮੰਨਣਾ ਨਹੀਂ, ਭਾਵੇਂ ਮੇਰਾ ਬੱਚਾ ਪਰ ਹੈ ਤਾਂ ਬਾਗੀ ਨਾ, ਇਹਨੂੰ ਪਹਾੜ ਦੀ ਚੋਟੀ ਤੋਂ ਸੱਟੋ, ਥੱਲੇ ਡਿੱਗਦਿਆਂ ਸਾਰ ਇਹਦੀ ਮੌਤ ਹੋ ਜਾਏਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੱਚ ਦੇ ਪੁਜਾਰੀ ਨੂੰ ਪਹਾੜ ਤੋਂ ਸੱਟਿਆ ਤੇ ਪਹਾੜ ਦੀ ਥੱਲੇ ਵਾਲੀ ਖਾਈ ਨੇ ਇਸ ਤਰ੍ਹਾਂ ਪ੍ਰਹਿਲਾਦ ਨੂੰ ਲਪੇਟ ਲਿਆ, ਜਿਵੇਂ ਮਾਨੋ ਕਿਤੇ ਮਾਂ ਦੀ ਗੋਦ ਵਿੱਚ ਉਹਨੂੰ ਲੋਹਰੀਆਂ ਦਿੰਦੀ ਹੋਵੇ। ਪਹਾੜ ਤੋਂ ਸੱਟਿਆ, ਉਹ ਮਰਿਆ ਨਹੀਂ। ਮੈਂ ਕੇਵਲ ਗਾਥਾ ਨਹੀਂ ਸੁਣਾ ਰਿਹਾ, ਮੈਂ ਬਾਣੀ ਦੇ ਸ਼ਬਦ ਦੇ ਆਧਾਰ ਤੇ ਅਰਜ਼ ਕਰ ਰਿਹਾ, ਕਹਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਤ ਕੇ, ਜਦੋਂ ਪਹਾੜ ਤੋਂ ਸੱਟਿਆ ਵੀ ਮੌਤ ਨਾ ਹੋਈ ਤੇ ਇਹਨੂੰ ਰੁੱਖ ਦੇ ਉੱਪਰ ਚੜ ਕੇ ਥੱਲੇ ਸੱਟਿਆ ਤੇ ਰੁੱਖ ਨੇ ਆਪਣੀ ਜ਼ਿਰਾਨ ਦਿਖਾਈ, ਉਹਨੇ ਵੀ ਪ੍ਰਹਿਲਾਦ ਨੂੰ ਚੋਟ ਨਾ ਆਉਣ ਦਿੱਤੀ। ਪਰਤ ਕੇ ਇਹਨਾਂ ਕਿਹਾ, ਪ੍ਰਹਿਲਾਦ ਨੂੰ ਪਾਣੀ ਦੇ ਦਰਿਆ ਵੀ ਸੱਟੋ, ਤੇ ਪਾਣੀ ਨੇ ਵੀ ਆਪਣਾ ਫਰਜ਼ ਅਦਾ ਕਰ ਦਿੱਤਾ, ਕਿਉਂਕਿ ਪ੍ਰਹਿਲਾਦ ਤਾਂ ਉਹਨੂੰ ਜਪਦਾ ਪਿਆ ਜਿਹਦੇ ਭੈ ਦੇ ਅੰਦਰ ਸ਼ਾਇਦ ਕਹਿੰਦੇ ਨੇ ਭੈ ਵਿੱਚ ਚੱਲੇ ਲੱਖ ਦਰਿਆਓ, ਤੇ ਪਾਣੀ ਦੇ ਦਰਿਆ ਨੇ ਵੀ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਹੁਣ ਜਿੱਥੋਂ ਹੋਲੀ ਆਰੰਭ ਹੋਣੀ ਹੈ, ਕਹਿੰਦੇ ਨੇ ਇਸ ਹਰਨਾਕਸ਼ ਦੀ ਭੈਣ ਜਿਹਦਾ ਨਾਮ ਸੀ ਹੋਲਿਕਾ, ਭਾਈ ਕਾਹਨ ਸਿੰਘ ਹੋਰਾਂ ਦੇ ਮੁਤਾਬਕ ਇਸ ਦਾ ਨਾਮ ਸੀ ਢੂੰਡਾ। ਇਹਨੇ ਆਰਾਧਨਾ ਕੀਤੀ ਸ਼ਿਵ ਜੀ ਦੀ, ਦੇਵਤੇ ਦੀ ਆਰਾਧਨਾ ਕਰਕੇ ਇੰਨਾ ਕੁ ਵਰ ਲਿਆ ਸੀ ਕਿ ਇਹਨੂੰ ਕਦੀ ਅੱਗ ਸਾੜੇਗੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਹਰਨਾਕਸ਼ ਨੇ ਆਪਣੀ ਭੈਣ ਦੀ ਗੋਦੀ ਵਿੱਚ ਆਪਣਾ ਪੁੱਤਰ ਬਿਠਾ ਦਿੱਤਾ। ਬਲਦੀ ਹੋਈ ਚਿਖਾ ਵਿੱਚ ਹੋਲਕਾ ਬੈਠ ਗਈ, ਪ੍ਰਹਿਲਾਦ ਨੂੰ ਗੋਦ ਵਿੱਚ ਬਿਠਾਇਆ, ਕਿਉਂਕਿ ਹੋਲਕਾ ਨੂੰ ਤਾਂ ਅੱਗ ਨੇ ਕੁਝ ਕਹਿਣਾ ਨਹੀਂ, ਉਹਨੂੰ ਤਾਂ ਵਰ ਮਿਲਿਆ। ਤੇ ਦੂਸਰੇ ਪਾਸੇ ਪ੍ਰਹਿਲਾਦ ਨੇ ਸੜ ਕੇ ਸਵਾਹ ਹੋ ਜਾਣਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਦੇਖੋ ਮੇਰੇ ਪਰਮੇਸ਼ਵਰ ਦੀ ਖੇਡ, ਜਿਨੇ ਦੇਵਤੇ ਦਾ ਵਰ ਲਿਆ ਸੀ ਕਿ ਮੈਨੂੰ ਕਦੀ ਅੱਗ ਸਾੜੇ ਨਾ, ਤੇ ਜਦੋਂ ਅੱਗ ਦੀਆਂ ਲਾਟਾਂ ਨਿਕਲੀਆਂ, ਹੋਲਕਾ ਤਾਂ ਸੜ ਕੇ ਰਾਖ ਹੋ ਗਈ, ਤੇ ਜਿਹੜਾ ਅੰਦਰ ਪ੍ਰਹਿਲਾਦ ਬੈਠਾ ਸੀ ਉਹਨੂੰ ਵਾਹਿਗੁਰੂ ਨੇ ਤੱਤੀ ਵਾਹ ਨਾ ਲੱਗਣ ਦਿੱਤੀ, ਉਹਨੂੰ ਸੇਕ ਨਹੀਂ ਲੱਗਿਆ। ਤੇ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਜਦੋਂ ਹੋਲਕਾ ਸੜ ਗਈ ਤੇ ਹਿੰਦੁਸਤਾਨ ਦੀ ਧਰਤੀ ਤੇ ਹਰ ਸਾਲ ਅੱਗ ਮਚਾ ਕੇ ਹੋਲੀ ਵਾਲੇ ਦਿਨ ਹੋਲਕਾ ਦੀ ਰਾਖ ਉਡਾਈ ਜਾਂਦੀ ਸੀ ਸਾੜ ਕੇ। ਇਹਦਾ ਮਤਲਬ ਸੀ ਕਿ ਅੱਜ ਦੇ ਦਿਨ ਇੱਕ ਸੱਚ ਦੇ ਪੁਜਾਰੀ ਦੀ ਜਿੱਤ ਹੋਈ, ਸੱਚ ਨੂੰ ਪੂਜਣ ਵਾਲੇ ਨੂੰ ਅੱਗ ਵੀ ਨਾ ਸਾੜ ਸਕੀ, ਤੇ ਦੁਨੀਆ ਦੇ ਬੰਦੇ ਨੂੰ ਖੁਸ਼ ਕਰਨ ਵਾਲੇ ਨੂੰ ਭਾਵੇਂ ਉਹਦੇ ਕੋਲ ਦੇਵਤੇ ਦਾ ਵਰ ਸੀ, ਉਹਨੂੰ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਹੁੰਦਾ, ਮਹਾਰਾਜ ਕਹਿੰਦੇ ਨੇ, ਸੰਡਾ ਮਰਕਾ ਜਾਏ ਪੁਕਾਰੇ। ਇਹਦਾ ਅਰਥ ਭਗਤ ਨਾਮਦੇਵ ਜੀ ਦਾ ਸ਼ਬਦ, ਸੰਡਾ ਤੇ ਮਰਕਾ ਦੋਨਾਂ ਨੇ ਜਾ ਕੇ ਹਰਨਾਕਸ਼ ਕੋਲ ਪੁਕਾਰ ਕੀਤੀ, ਪੜ੍ਹੈ ਨਹੀਂ, ਤੇਰਾ ਪੁੱਤਰ ਪੜ੍ਹਦਾ ਨਹੀਂ, ਹਮ ਹੀ ਪਚ ਹਾਰੇ, ਅਸੀਂ ਥੱਕ ਗਏ ਹਾਂ, ਕਿਉਂਕਿ ਰਾਮ ਕਹੇ ਕਰ ਤਾਲ ਵਜਾਵੇ, ਤਾੜੀਆਂ ਮਾਰ ਕੇ ਰਾਮ ਨਾਮ ਜਪਦਾ, ਰਾਮ ਕਹੇ ਕਰ ਤਾਲ ਵਜਾਵੇ, ਚਟਿਆ ਸਭੇ ਵਿਗਾੜੇ, ਇਹਨੇ ਤਾਂ ਨਾਲ ਦੇ ਸਾਥੀ ਵੀ ਵਿਗਾੜ ਦਿੱਤੇ ਨੇ। ਕਹਿੰਦੇ ਨੇ ਜਦੋਂ ਇੰਨੀ ਗੱਲ ਕਹੀ, ਫਿਰ ਮਾਂ ਆਈ, ਕਹਿਣ ਲੱਗੇ, ਮਾਂ ਨੇ ਕਿਹਾ, ਬਸ ਦਾ ਬਸ ਕੀਨੀ ਸਭ ਰਾਜੇ, ਪੁੱਤਰ ਸਾਰੀ ਧਰਤੀ ਤੇਰੇ ਬਾਪੂ ਦੇ ਅਧੀਨ ਹੈ,
बिनती करे पटरानी, मेरे बच्चिया तू गल मन लै, छड्ड दे तू राम नाम नू। कग्गे लिखदे ने साहब, पुत्र प्रहलाद कहा नहीं माने, तिन तो औरा छानी। सच दे पुजारी ने मां नू भी जवाब दे दिता, मां दे बचन मन्ने नहीं। पुत्र प्रहलाद कहा नहीं माने, तिन तो औरा छानी। अगे कहंदे ने दुष्ट सभा मिल मंत्र उपाया। हुण दुष्ट इकट्ठे होए, इन्हां ने सलाह कीती, करसे औद कनेरी, प्रहलाद नू आपां खत्म करने। ते साध संगत अगली पंक्ति वल ध्यान देना जिहड़ी मैं अर्ज करनी चाहना। दुष्ट सभा मिल मंत्र उपाया, करसे औद कनेरी। साहब कहंदे ने घेर, तार, जल, ज्वाला पै राखियो। चार शब्द कह घेर, गिरदार से पहाड़, तार तरदार से रुख, जल दा अर्थ दरिया सी पानी करने आ। गिर, तार, जल, अगे वे ज्वाला, ज्वाला दा अर्थ अग। गिर, तार, जल, ज्वाला पै राखियो, राजा राम माया फेरी। मेरे वाहिगुरु ने इहो जिहा कौतुक वरता दिता, ना पहाड़, ना रुख ते ना पानी दी लहर, ते ना ही उहनूं बलदी होई अग साड़ के सुआ कर सकी। उस तो बाद ये खेड चल पई। ये होली इत्थों तक आ पहुंची। वख-वख इलाकिਆਂ ਵਿੱਚ ਢੰਗ ਮਨਾਉਣ ਦੇ ਵੱਖ-ਵੱਖ ਨੇ। किते ਲੱਠ ਚਲਾ के होली मनाई जाती है, किते बजुर्गों उत्ते चिक्कड़ सट के होली मनाई जाती है, किते कालक सट के होली मनाई जाती है, किते एक दूजे उत्ते रूह अपना रंग सट के खरूद मचा के होली मचाई खेडी जाती है। ते धन गुरु ग्रंथ साहिब जी ने एक बचन किया, देखिया भी ये लोग तां सच की गल नूं भुल गए ने, केवल एक दूजे दे उपर रंग पै सटदे ने। गुलामी दियां जंजीरां इन्हां दे गले विच पईयां ने, इन्हां नूं रब वाहिगुरू चेते नहीं, गुलामी भी जीवन बतीत करदे ने। ते मेरे दाते ने फिर क्या कहन लगे, सजना जे तू रंग सटना ही चाहना ते आ मैं तेनू सटा, तू रंग दसा रंग केड़ा चाड़ना, केड़ा रंग सटना। गुरु नानक साहब दे बचन असीं पढ़ने आ ते हर एक नूं इह शब्द चेते वे। साध संगत कोई अंदर ऐसा नहीं जिहड़ा रंगण तो बिना खाली होवे, हर एक दा अंदर रंगिया। अंतर सिर्फ इतना, किसे दा कुसंबे दे रंग न रंगिया, किसे दा मजीठ दे रंग न रंगिया। धन गुरु ग्रंथ साहिब विच साहिब कहंदे ने, कोई अंदर रंगण तो बिना नहीं। कईयां दे अंदर दे चोले लालच दे रंग विच रंगे ने, लालच दे रंग विच रंगे हुए चोलियां नेड़े कदी भी वाहिगुरू दी कृपा नहीं। ते कई चोले ऐसे ने ਜਿਹੜੇ नाम के रंग विच रंगे ने। ते गुरु नानक साहब कहते ने, इहो जिहां दे चरनां दी धूड़ मैनूं मिल जावे। सतगुरु ने बचन कीता, कहन लगे, ए तन माया पाया प्यारे, लीतड़ा लभ रंगाए, मेरा कंत ना भावै चोलड़ा प्यारे। ये चोला मेरे वाहिगुरू नूं नहीं पाउंदा, क्यों धन सेजा जाए, किवें तेरे हिरदे दी सेज ते वाहिगुरू आवे, तेरा तां चोला ही अंदर दा लालच रंगिया। अगे हजूर कहंदे ने, पर जिन्हां दे नाम न रंगे ने, काया रंगण जे थिया प्यारे, जे अंदर नूं रंगणी। इत्थे पाठ है काया रंगण, रंगण दा अर्थ ये नहीं रंगना, इत्थे रंगण दा अर्थ ओह भांडा जिहदे विच ललारी रंग पा के कपड़े रंगदा है। साहिब कहंदे ने, काया रंगण, इस शरीर नूं एक ललारी दा भांडा बना लै। काया रंगण जे थिया प्यारे, पाइया नाम मजीठ, ਇਹਦੇ ਵਿੱਚ नाम ਦਾ रंग पा दे। रंगण वाला जे रंगा है साहिब, ऐसा रंग न डीठ, जिनके चोले रतड़े प्यारे, कंत तिना कै पास, धूड़ तिना की जे मिलै जी, कहो नानक की अरदास। सतगुरु ने कहा, ऐ मनुख, तू बाहर दे रंग नूं छੱਡ, तू अंदर नूं रंग लै। ते महाराज ये रंग कदी उतरदा नहीं। सतगुरु बाणी विच कहंदे ने, ना मैला ना धुंधला, ना भगवा ना कच, नानक लालो लाल है सच्चे रता सच। ये रंग लगदा किनू वे? साहब कहंदे ने, हर रंग लागो जिन्नू हरि दा रंग लग जाए, जां को हर रंग लागो इस जुग में, सो कहीत है सूरा। ते जिन्नू अंदरों रंग लग जाए, ओदे बारे गुरदेव बाणी विच बचन करदे ने, लाल रंग तिस को लगा, जिसके वडभागा, मैला कदे न होवे न लागै दागा। ते जिदा अंदर नहीं रंगिया, गुरु ग्रंथ साहब ने बड़े प्यारे बचन कहे।